ਹੈਲੋ ਸਟੂਡੈਂਟਸ, ਅਸੀਂ ਅੱਜ ਆਪਣੀ ਪੋਲੀਟੀਕਲ ਸਾਇੰਸ ਦੀ ਕਲਾਸ ਦੇ ਵਿੱਚ ਅਰਸਤੂ ਦੇ ਬਾਰੇ ਪੜ੍ਹਨ ਲੱਗੇ ਹਾਂ। ਅਰਸਤੂ ਦਾ ਅਪੂਰਨ ਕੰਮ ਪੋਲੀਟਿਕਸ ਜਾਂ ਰਾਜਨੀਤੀ ਦੇ ਵਿੱਚ ਮਹੱਤਵ। ਅਰਸਤੂ ਦੀ ਪੋਲੀਟਿਕਸ। ਤਾਂ ਅਰਸਤੂ ਨੇ ਆਪਣੇ ਜੀਵਨ ਕਾਲ ਦੇ ਵਿੱਚ ਲਗਭਗ 400 ਕਿਤਾਬਾਂ ਲਿਖੀਆਂ। ਤਾਂ ਇਹਨਾਂ ਸਭ ਦੇ ਵਿੱਚੋਂ ਜਿਹੜੀ ਪੋਲੀਟਿਕਸ ਨਾਮ ਦੀ ਕਿਤਾਬ ਆ ਉਹ ਸਭ ਤੋਂ ਵੱਧ ਮਹੱਤਵਪੂਰਨ ਹੈਗੀ। ਤਾਂ ਇਹ ਇਕੱਲੀ ਪੁਸਤਕ ਇਹੋ ਜਿਹੀ ਹੈ ਕਿ ਜਿਹੜੀ ਇਹਨੂੰ ਅਮਰਤਾ ਦਿਲਾਉਣ ਦੇ ਲਈ ਕਾਫੀ ਹੈ ਕਿ ਇਹਦੇ ਨਾਲ, ਇਸ ਰਚਨਾ ਦੇ ਨਾਲ ਉਹ ਅਮਰ ਹੋ ਗਿਆ। ਤਾਂ ਇਹ ਬਹੁਤ ਮਹਾਨ ਪੁਸਤਕ ਸਮਝੀ ਜਾਂਦੀ ਹੈ। ਪਹਿਲਾ ਹੈ ਅਪੂਰਨ ਰਚਨਾ, ਅਨਕੰਪਲੀਟ ਵਰਕ। ਤਾਂ ਅਰਸਤੂ ਨੇ ਆਪਣੇ ਇਸ ਗ੍ਰੰਥ ਦੇ ਵਿੱਚ ਭਿੰਨ ਭਿੰਨ ਜਿਹੜਾ ਗ੍ਰੰਥ ਹੈ ਉਹਨੂੰ ਭਿੰਨ ਭਿੰਨ ਖੰਡਾਂ ਦੇ ਵਿੱਚ ਲਿਖਿਆ। ਤਾਂ ਇਹ ਪੁਸਤਕ ਅਧੂਰੀ ਮੰਨੀ ਜਾਂਦੀ ਹੈ ਕਿ ਫਿਰ ਵੀ ਇਸ ਦੇ ਵਿੱਚ ਇੰਨੀ ਸਮੱਗਰੀ ਹੈ ਕਿ ਅਸੀਂ ਰਾਜਨੀਤਿਕਾਂ ਦੇ ਲਈ ਨਿਰਦੇਸ਼ਿਕਾ ਕਹਿ ਕੇ ਇਹਨੂੰ ਬੁਲਾ ਸਕਦੇ ਹਾਂ। ਦੂਸਰਾ ਹੈ ਰਚਨਾਕਾਲ, ਟਾਈਮ ਆਫ ਵਰਕ। ਤਾਂ ਅਰਸਤੂ ਦੀ ਰਚਨਾ ਕਦ ਹੋਈ ਹੈ ਨਾ, ਜਿਹੜੀ ਪੋਲੀਟਿਕਸ ਉਹਨੇ ਕਦੋਂ ਇਹ ਰਚਨਾ ਲਿਖੀ? ਤਾਂ ਇਸ ਦੇ ਵਿਸ਼ੇ ਵਿੱਚ ਵਿਦਵਾਨ ਇੱਕ ਮਤ ਨਹੀਂ ਹੈਗੇ। ਕੁਝ ਵਿਦਵਾਨਾਂ ਦਾ ਕਹਿਣਾ ਕਿ ਅਰਸਤੂ ਨੇ ਇਸ ਰਚਨਾ ਨੂੰ ਆਪਣੇ ਅੰਤਿਮ ਕਾਲ ਦੇ ਵਿੱਚ ਲਿਖਿਆ ਸੀਗਾ, ਜਦਕਿ ਦੂਸਰੇ ਵਿਦਵਾਨ ਕਹਿੰਦੇ ਨੇ ਕਿ ਇਹਦੀ ਰਚਨਾ ਹੌਲੀ ਹੌਲੀ ਕਦੇ ਥੋੜ੍ਹੇ ਸਮੇਂ ਦੇ ਵਿੱਚ ਨਾ ਹੋ ਕੇ ਲੰਬੇ ਸਮੇਂ ਦੇ ਵਿੱਚ ਇਸ ਪੁਸਤਕ ਦੀ ਰਚਨਾ ਹੋਈ ਹੈ। ਤਾਂ ਵਿਦਵਾਨਾਂ ਦਾ ਇੱਕ ਸਮੂਹ ਇਹ ਵੀ ਕਹਿੰਦਾ ਕਿ ਇਹਦੀ ਰਚਨਾ ਜਿਹੜੀ ਹੈਗੀ ਅਰਸਤੂ ਨੇ ਕਦੋਂ ਕੀਤੀ, ਜਦ ਪਲੈਟੋ ਦੇ ਮਰਨ ਤੋਂ ਬਾਅਦ ਉਸਨੂੰ ਏਥਨਜ਼ ਦੇ ਵਿੱਚੋਂ ਬਾਹਰ ਜਾਣਾ ਪਿਆ ਸੀਗਾ। ਤਾਂ ਇਸ ਦਾ ਤਰਕ ਤਾਂ ਜਿਹੜਾ ਉਹਨਾਂ ਦਾ ਤਰਕ ਹੈਗਾ, ਤਾਂ ਉਹਨਾਂ ਨੇ ਤਰਕ ਦਿੱਤਾ ਕਿ ਪਲੈਟੋ ਦਾ ਅੰਤਿਮ ਜਿਹੜੀ ਫਾਈਨਲ ਰਚਨਾ ਲੌਜ ਸੀਗੀ ਅਤੇ ਅਰਸਤੂ ਦੀ ਪੋਲੀਟਿਕਸ ਦੇ ਵਿੱਚ ਅਨੇਕਾਂ ਸਮਾਨਤਾਵਾਂ ਦ੍ਰਿਸ਼ਟੀਗੋਚਰ ਹੁੰਦੀਆਂ ਕਿ ਜਿਹੜੀ ਅਰਸਤੂ ਹੈਗਾ, ਜਿਹੜੀ ਇਹਦੀ ਪੁਸਤਕ ਹੈਗੀ ਪੋਲੀਟਿਕਸ, ਅਤੇ ਪਲੈਟੋ ਦੀ ਜਿਹੜੀ ਲੌਜ਼ ਨਾਮ ਦੀ ਰਚਨਾ, ਇਹਦੀਆਂ ਜਿਹੜੀਆਂ ਕਾਫੀ ਸਾਰੀਆਂ ਇਹਨਾਂ ਦੇ ਵਿੱਚ ਸਮਾਨਤਾਵਾਂ ਮਿਲਦੀਆਂ ਨੇਗੀਆਂ। ਤਾਂ ਇੱਕ ਵਰਗ ਵਿਦਵਾਨਾਂ ਦਾ ਐਸਾ ਵੀ ਹੈ ਜੋ ਇਸ ਗੱਲ ਮੰਨਦਾ ਹੈ ਕਿ ਅਰਸਤੂ ਨੇ ਪੋਲੀਟਿਕਸ ਦੇ ਬਹੁਤ ਸਾਰੇ ਖੰਡਾਂ ਨੂੰ ਨਹੀਂ ਲਿਖਿਆ। ਕੁਝ ਖੰਡ ਸੰਪਾਦਨ ਕਰਨ ਵਾਲਿਆਂ ਨੇ ਵੀ ਲਿਖੇ ਨੇ, ਮਤਲਬ ਕਿ ਜਿਨ੍ਹਾਂ ਨੇ ਇਸ ਪੁਸਤਕ ਨੂੰ ਸੰਪਾਦਿਤ ਕੀਤਾ ਵੀ ਉਹਨਾਂ ਨੇ ਵੀ ਕੁਛ ਇਹਦੇ ਵਿੱਚ ਲਿਖਿਆ ਗਾ। ਤਾਂ ਇਹਨਾਂ ਪ੍ਰਸ਼ਨਾਂ ਦਾ ਸਮਾਪਨ ਕਰਦੇ ਹੋਏ ਬਰਨਰ ਜੈਗਰ, ਇੱਕ ਵਿਦਵਾਨ ਨੇ, ਉਹ ਕਹਿੰਦੇ ਨੇ ਕਿ ਪੋਲੀਟਿਕਸ ਦੇ ਜੋ 8 ਖੰਡ ਪਾਏ ਜਾਂਦੇ ਆ ਕਰਮ ਤੋਂ ਨਹੀਂ ਲਿਖੇ ਗਏ ਹੈਗੇ। ਤਾਂ ਇਹਨਾਂ ਮੱਤਾਂ ਦੀਆਂ ਜਿਹੜੀਆਂ ਵਿਭਿੰਨਤਾਵਾਂ ਨੇ, ਭੋਲਾਨਾਥ ਸ਼ਰਮਾ ਦੀ ਟਿੱਪਣੀ ਪੜ੍ਹਨਯੋਗ ਹੈ। ਉਹ ਕੀ ਕਹਿੰਦੇ ਨੇਗੇ, ਉਹ ਲਿਖਦੇ ਨੇ ਕਿ ਇਸ ਦੇ ਵਿਸ਼ੇ ਦੇ ਵਿੱਚ ਜਿਹੜਾ ਸਾਰਾ ਸੰਪਾਦਨ ਹੈ ਉਹ ਇੱਕ ਮਤ ਨਹੀਂ ਹੈਗਾ, ਤਾਂ ਰਾਜਨੀਤਿਕ ਏਕੀਕ੍ਰਿਤ ਅਤੇ ਸਮਰਸ ਰਚਨਾ ਨਹੀਂ ਹੈਗੀ। ਇਹ ਪਰਸਪਰ ਸੰਬੰਧ ਰੱਖਣ ਵਾਲੇ ਨਿਬੰਧਾਂ ਦਾ ਇੱਕ ਸਮੂਹ ਹੈਗਾ ਜੋ ਕਿਸੇ ਆਦਰਸ਼ ਕਰਮ ਤੋਂ ਜੋੜਿਆ ਨਹੀਂ ਗਿਆ। ਤਾਂ ਇਹ ਵੀ ਸੰਭਵ ਹੈ ਕਿ ਇਹ ਸਭ ਨਿਬੰਧ ਵਿਭਿੰਨ ਸਮੇਂ ਉੱਤੇ ਪ੍ਰਸਤੁਤ ਕੀਤੇ ਗਏ ਹੋਣ। ਦੂਸਰਾ ਹੈ ਰਾਜਨੀਤੀ ਸ਼ਾਸਤਰ ਉੱਤੇ ਪਹਿਲਾ ਗ੍ਰੰਥ, ਫਸਟ ਬੁੱਕ ਔਨ ਪੋਲੀਟੀਕਲ ਸਾਇੰਸ। ਤਾਂ ਅਰਸਤੂ ਦਾ ਲਿਖਿਆ ਗ੍ਰੰਥ ਪੋਲੀਟਿਕਸ ਰਾਜਨੀਤੀ ਸ਼ਾਸਤਰ ਦੇ ਉੱਤੇ ਲਿਖਿਆ ਗਿਆ ਪਹਿਲਾ ਗ੍ਰੰਥ ਹੈਗਾ। ਜੇਲਰ ਦੇ ਸ਼ਬਦਾਂ ਦੇ ਵਿੱਚ ਪੋਲੀਟਿਕਸ ਪ੍ਰਾਚੀਨ ਯੂਨਾਨ ਤੋਂ ਸਾਨੂੰ ਪ੍ਰਾਪਤ ਉਨਤੀਸ਼ੀਲ ਨਿਧੀ ਅਤੇ ਰਾਜ ਸ਼ਾਸਤਰ ਦੇ ਖੇਤਰ ਵਿੱਚ ਦਿੱਤੀ ਗਈ ਦੇਣ ਹੈਗੀ। ਤਾਂ ਫਾਸਟਰ ਦੇ ਅਨੁਸਾਰ ਇਹ ਰਾਜਨੀਤਿਕਾਂ ਦੇ ਲਈ ਗ੍ਰੀਕ ਰਾਜਾਂ ਦੇ ਸਮੂਹਿਕ ਰਾਜਨੀਤਿਕ ਅਨੁਭਵ, ਛਣੇ ਹੋਏ ਵਿਵੇਕ ਤੇ ਪਰਿਪੂਰਨ ਪੁਸਤਕ ਹੈਗੀ। ਤਾਂ ਜ਼ਿਆਦਾਤਰ ਵਿਦਵਾਨ ਪੋਲੀਟਿਕਸ ਨੂੰ ਰਾਜਨੀਤਿਕ ਦੇ ਲਈ ਇੱਕ ਮਾਰਗਦਰਸ਼ਕ ਪੁਸਤਕ ਦੇ ਇੱਕ ਟਿਪਿਕਾ ਮੰਨਦੇ ਨੇਗੇ। ਉਸ ਤੋਂ ਬਾਅਦ ਹੈ ਸੰਵਿਧਾਨ ਨਿਰਮਾਤਾਵਾਂ ਨੇ ਤੁਲਨਾਤਮਕ ਪੱਧਤੀਆਂ ਦਾ ਅਧਿਐਨ ਕਰਤੱਵਾਂ ਦੇ ਲਈ ਇੱਕ ਪਾਠ ਪੁਸਤਕ ਹੈਗੀ। ਤਾਂ ਕੁਝ ਵਿਦਵਾਨ ਪੋਲੀਟਿਕਸ ਨੂੰ ਇੰਨਾ ਜ਼ਿਆਦਾ ਮਹੱਤਵ ਨਹੀਂ ਦਿੰਦੇ ਹੈਗੇ। ਤਾਂ R.K. ਮਿਸ਼ਰਾ ਦਾ ਕਹਿਣਾ ਹੈ ਕਿ ਅਰਸਤੂ ਦੀ ਪੋਲੀਟਿਕਸ ਰਾਜਨੀਤਿਕ ਵਿਗਿਆਨ ਦੇ ਖੇਤਰ ਦੇ ਵਿੱਚ ਸਭ ਤੋਂ ਜ਼ਿਆਦਾ ਵਿਵਾਦਪੂਰਨ ਗ੍ਰੰਥ ਹੈਗਾ ਅਤੇ ਇਹਦੇ ਵਿੱਚ ਅਵਿਵਸਥਿਤ ਰੂਪਾਂ ਦੇ ਵਿੱਚ ਅਰਸਤੂ ਦੇ ਰਾਜਨੀਤਿਕ ਅਤੇ ਸਮਾਜਿਕ ਵਿਚਾਰ ਸ਼ਾਮਲ ਨੇਗੇ। ਤਾਂ E. ਟੇਲਰ ਨੇ ਜਿਹੜੇ, ਇਹਨਾਂ ਨੇ ਵੀ ਪੋਲੀਟਿਕਸ ਨੂੰ ਕੋਈ ਮਹੱਤਵ ਨਹੀਂ ਦਿੱਤਾ ਹੈਗਾ। ਤਾਂ ਇਸ ਨੂੰ ਇੱਕ ਸਧਾਰਨ ਕੋਟੀ ਦਾ ਗ੍ਰੰਥ ਮੰਨਦਾ ਉਹ। ਤਾਂ ਇਹਨੂੰ ਪੜ੍ਹ ਕੇ ਉਹ ਦੱਸਦਾ ਕਿ ਸ਼ਾਇਦ ਅਰਸਤੂ ਸਮਾਜਿਕ ਵਿਸ਼ਿਆਂ ਦੀ ਤਰਫ ਰੁਚੀ ਹੀ ਨਹੀਂ ਰੱਖਦਾ ਸੀਗਾ। ਸੇਬਾਈ ਨੇ ਤਾਂ ਇਸ ਅਰਸਤੂ ਦੇ ਜਿਹੜੇ ਕਿੱਤੇ ਨੂੰ ਨਹੀਂ ਮੰਨਿਆ, ਬਲਕਿ ਕਈ ਸੰਪਾਦਕਾਂ ਦੁਆਰਾ ਸੰਕਲਨ ਹੋਇਆ ਇਹਨੂੰ ਮੰਨਿਆ ਗਾ। ਉਸ ਤੋਂ ਬਾਅਦ ਹੈ ਪੁਸਤਕ ਦਾ ਮਹੱਤਵ, ਇੰਪੋਰਟੈਂਸ ਆਫ ਬੁੱਕ। ਤਾਂ ਆਧੁਨਿਕ ਯੁੱਗ ਦੇ ਵਿੱਚ ਅਰਸਤੂ ਦੀ ਪੋਲੀਟਿਕਸ ਰਾਜਨੀਤਿਕ ਵਿਚਾਰਾਂ ਦੀ ਜਿਹੜੀ ਮੇਲ ਮੰਨੀ ਜਾਂਦੀ ਹੈ। ਤਾਂ ਇਹਦੇ ਵਿੱਚ ਲਗਭਗ ਸਾਰੇ ਵਿਸ਼ਿਆਂ ਦਾ ਸਮਾਵੇਸ਼ ਹੈਗਾ।
ਤਾਂ ਅੰਤ ਇਹ ਜਿਹੜੇ ਵਿਧਾਇਕ ਨੇਗੇ ਤੇ ਰਾਜਨੇਤਾ ਨੇਗੇ, ਕੂਟਨੀਤਿਕ ਨੇ ਜਿਹੜੇ, ਇਹ ਜਿਹੜੀਆਂ ਸਿੱਖਿਆ ਦੀਆਂ ਸਾਰੀਆਂ ਇਹ ਸਿੱਖਿਆ ਸਾਰੀਆਂ ਦੇ ਲਈ ਇੱਕ ਸਮਾਨ ਰੂਪ ਦੇ ਵਿੱਚ ਉਪਯੋਗੀ ਸਿੱਧ ਹੋਈ ਹੈ। ਤਾਂ ਖੁਦ ਅਰਸਤੂ ਪੋਲੀਟਿਕਸ ਨੂੰ ਸ਼ਾਸਨ ਉੱਤੇ ਪ੍ਰਬੰਧ ਪੁਕਾਰਦਾ। ਉਹ ਕਹਿੰਦਾ ਕਿ ਪੋਲੀਟਿਕਸ ਜਿਹੜੀ ਹੈ ਇਹ ਸ਼ਾਸਨ ਉੱਤੇ ਪ੍ਰਬੰਧ ਹੈ, ਅਤੇ ਇਸ ਨੂੰ ਲਿਖਣ ਤੋਂ ਪਹਿਲਾਂ ਉਹਨੇ 158 ਸੰਵਿਧਾਨਾਂ ਦਾ ਅਧਿਐਨ ਵੀ ਕੀਤਾ ਸੀ। ਇਸ ਪੁਸਤਕ ਨੂੰ ਜਿਹੜੀ ਉਹ ਕਿਤਾਬ ਲਿਖੀ ਹੈ, ਇਹਨੂੰ ਲਿਖਣ ਤੋਂ ਪਹਿਲਾਂ ਉਹਨੇ ਵੱਖ-ਵੱਖ ਦੇਸ਼ਾਂ ਦੇ 158 ਸੰਵਿਧਾਨਾਂ ਦਾ ਅਧਿਐਨ ਵੀ ਕੀਤਾ ਸੀ। ਉਸ ਤੋਂ ਬਾਅਦ ਹੈ ਪੋਲੀਟਿਕਸ ਦੀ ਵਿਸ਼ਾ ਵਸਤੂ, ਸਬਜੈਕਟ ਮੈਟਰ ਆਫ ਪੋਲੀਟਿਕਸ। ਜੈਗਰ ਨੇ ਪੋਲੀਟਿਕਸ ਦੇ ਵਿਸ਼ੇ ਦੇ ਵਿੱਚ ਆਪਣੀ ਰਾਏ ਦਿੰਦੇ ਹੋਏ ਲਿਖਿਆ ਹੈ, ਦੱਸਿਆ ਉਹਨਾਂ ਨੇ ਕਿ ਪੋਲੀਟਿਕਸ ਅਰਸਤੂ ਦਾ ਕਿੱਤਾ ਹੈ, ਕਿਸੇ ਦੀ ਵੀ ਸੰਪਾਦਕ ਨਹੀਂ ਹੈਗੀ। ਤਾਂ ਪਰੰਤੂ ਜਿਹੜੀ ਗ੍ਰੰਥ ਦੀ ਰਚਨਾ ਇਹ 2 ਕਾਲਾਂ ਦੇ ਵਿੱਚ ਹੋਈ ਹੈ, ਇਸ ਲਈ ਇਹਦੇ 2 ਭਾਗ ਬਣਾਏ ਜਾਂਦੇ, 2 ਭਾਗਾਂ ਦੇ ਵਿੱਚ ਇਹਨੂੰ ਵੰਡਿਆ ਹੋਇਆ। ਪਹਿਲਾ ਭਾਗ ਆਦਰਸ਼ ਰਾਜ ਤੋਂ ਤੱਤ ਸੰਬੰਧੀ ਪੂਰਵਕਾਲੀਨ ਸਿਧਾਂਤਾਂ ਨਾਲ ਸੰਬੰਧ ਰੱਖਦਾ ਹੈ, ਅਤੇ ਦੂਜੇ ਭਾਗ ਦੇ ਵਿੱਚ ਅਰਸਤੂ ਨੇ ਵਾਸਤਵਿਕ ਰਾਜਾਂ ਦਾ, ਵਿਸ਼ੇਸ਼ ਤੌਰ 'ਤੇ ਲੋਕਤੰਤਰ ਅਤੇ ਧਨਿਕ ਤੰਤਰਾਂ ਦਾ ਅਧਿਐਨ ਕੀਤਾ ਗਾ। ਤਾਂ ਪੋਲੀਟਿਕਸ ਨੂੰ 8 ਭਾਗਾਂ ਦੇ ਵਿੱਚ ਵੰਡਿਆ, ਠੀਕ ਹੈ, 8 ਪੁਸਤਕਾਂ ਦੇ ਵਿੱਚ ਵੰਡਿਆ ਹੋਇਆ ਇਹਨੂੰ। ਤਾਂ ਇਸ ਪੁਸਤਕ ਦੇ ਵਿੱਚ 6 ਨਿਬੰਧ ਨੇ, ਅਤੇ ਅੰਤ ਦੇ ਵਿੱਚ ਬਾਰਕਰ ਨੇ ਇਹਨਾਂ ਨਿਬੰਧਾਂ ਦੀ ਦ੍ਰਿਸ਼ਟੀ ਤੋਂ ਪੋਲੀਟਿਕਸ ਦੇ 6 ਭਾਗ ਕੀਤੇ ਨੇ। ਤਾਂ ਜਿਹੜੇ ਇਸ ਪੁਸਤਕ ਦੇ 6 ਭਾਗ ਨੇ, ਅਸੀਂ ਅਗਲੇ ਲੈਕਚਰ ਦੇ ਵਿੱਚ ਪੜ੍ਹਾਂਗੇ। ਆਈ ਹੋਪ ਤੁਹਾਨੂੰ ਇਹਦੀ ਅਰਸਤੂ ਦੀ ਪੋਲੀਟਿਕਸ ਦੀ ਜੋ ਇੰਟਰੋਡਕਸ਼ਨ ਹੈਗੀ ਉਹਦੇ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ, ਮੈਂ ਉਮੀਦ ਕਰਦੀ ਹਾਂ। ਸੋ ਥੈਂਕ ਯੂ।